ਜਦੋਂ ਵਿਦੇਸ਼ਾਂ ਦਾ ਮਾਲ ਆ ਕੇ ਵਿਕਣਾ ਸ਼ੁਰੂ ਹੋ ਗਿਆ, ਟੈਕਸ ਘਟਾਤੇ ਉਹਨਾਂ ਦੇ ਉੱਤੇ, ਮਤਲਬ ਦੇਸ਼ ਦੀ ਆਤਮ ਨਿਰਭਰਤਾ ਦਾ ਤਿਆਗ ਕਰਤਾ, ਤਾਂ ਕਾਰਖਾਨੇ ਬੰਦ ਹੋਏ ਆ। ਕਾਰਖਾਨੇ ਨੀਤੀਆਂ 'ਚੋਂ ਬੰਦ ਹੁੰਦੇ ਆ, ਟ੍ਰੇਡ ਯੂਨੀਅਨਾਂ ਕਰਕੇ ਬੰਦ ਨਹੀਂ ਹੁੰਦੇ। ਜੇ ਟ੍ਰੇਡ ਯੂਨੀਅਨਾਂ ਕਰਕੇ ਬੰਦ ਹੋਣ ਤਾਂ ਅਮਰੀਕਾ ਤੇ ਇੰਗਲੈਂਡ ਦੀ ਟ੍ਰੇਡ ਯੂਨੀਅਨਾਂ ਤੋਂ ਸਾਡੇ ਨਾਲੋਂ ਜ਼ਿਆਦਾ ਤਾਕਤ ਵਾਲੀਆਂ। ਧਰਮ ਦੇ ਮਾਮਲੇ 'ਚ ਦੇਖੋ, ਮੈਂ ਬਹੁਤਾ ਤਾਂ ਦੁਨੀਆ ਦਾ ਨਹੀਂ ਕਹਿ ਸਕਦਾ, ਮਜ਼ਦੂਰ ਜਮਾਤ ਵਾਲੇ ਹਾਂ ਅਸੀਂ। ਸਾਡੀ ਮਜ਼ਦੂਰ ਜਮਾਤ ਦੇ ਅੰਦਰ ਸਾਰੇ ਧਰਮਾਂ ਦੇ ਲੋਕ ਆ, ਸਾਰੇ ਧਰਮਾਂ ਦੇ। ਤੁਸੀਂ ਅੰਦਾਜ਼ਾ ਕਰੋ, ਜਦੋਂ ਸਿੱਖਾਂ ਦੇ ਉੱਤੇ ਪੂਰੇ ਦੇਸ਼ 'ਚ ਅਤਿਆਚਾਰ ਹੋਇਆ 84 'ਚ, ਬੰਗਾਲ ਦੇ ਅੰਦਰ ਜੋਤੀ ਬਾਸੂ ਚੀਫ ਮਿਨਿਸਟਰ ਸੀ, 50,000 ਦਾ ਇਕੱਠ ਕਰਕੇ ਆਪਣੇ ਪਿੱਠ ਦੇ ਮਤਲਬ ਨਾਲ ਮੂਹਰੇ ਲੱਗ ਕੇ ਝੰਡਾ ਲੈ ਕੇ ਉਹ ਬਾਜ਼ਾਰਾਂ 'ਚ ਨਿਕਲਿਆ ਵੀ ਜੇ ਇੱਕ ਸਿੱਖ ਦੇ ਉੱਤੇ ਵੀ ਕਿਸੇ ਨੇ ਉਂਗਲੀ ਚੱਕਤੀ, ਪੂਰੀ ਬਾਂਹ ਵੱਢ ਦਿਆਂਗੇ। ਤਾਂ ਇਹਨਾਂ ਹਾਲਾਤਾਂ ਵਿੱਚ ਜੇ ਵੋਟ ਦਾ ਮਸਲਾ, ਤਾਂ ਕਾਨੂੰਨ ਵਾਪਸ ਕਿਉਂ ਨਹੀਂ ਹੋ ਰਿਹਾ ਜਦੋਂ ਵੋਟ ਦੀ ਚੋਟ ਸਰਕਾਰ ਨੂੰ ਵੱਜ ਰਹੀ ਹੈ? ਦੇਖੋ, ਜਿਹੜੀ ਰਾਜ ਕਰਦੀ ਧਿਰਾਂ ਹੈ ਹਿੰਦੁਸਤਾਨ 'ਚ, ਉਹ ਰਾਜ ਕਰਦੀ ਧਿਰਾਂ ਬੁਨਿਆਦੀ ਤੌਰ ਤੇ ਕਾਰਪੋਰੇਟ ਹਾਊਸਿਸ ਦੀ ਨੁਮਾਇੰਦਗੀ ਕਰਦੀ ਹੈ। ਲੋਕਾਂ ਨੂੰ ਗੁੰਮਰਾਹ ਕਰਕੇ, ਵੋਟਾਂ ਖਰੀਦ ਕੇ, ਸ਼ਰਾਬ ਵੰਡ ਕੇ, ਧਾਰਮਿਕ ਭਾਵਨਾਵਾਂ ਭੜਕਾ ਕੇ, ਉਹ ਮੌਕੇ 'ਤੇ ਕੋਈ ਦੇਸ਼ ਭਗਤੀ ਦਾ ਜਨੂਨ ਪੈਦਾ ਕਰਕੇ, ਕੁਦਰਤੀ ਤੌਰ 'ਤੇ ਦੇਸ਼ ਭਗਤੀ ਲੋਕਾਂ 'ਚ ਹੁੰਦੀ ਹੈ, ਕੋਈ ਜਨੂਨ ਦਾ ਇਸ਼ੂ ਖੜਾ ਕਰਕੇ, ਆਪ ਯੋਜਨਾ ਬਣਾ ਕੇ ਉਹ ਇਸ ਤਰੀਕੇ ਨਾਲ ਵੋਟਾਂ ਲੈ ਲੈਂਦੇ। ਜਿਹੜੀ ਚੀਫ ਮਿਨਿਸਟਰ ਸੀ ਬੀਬੀ, ਜਿਹੜੇ ਉਹਨੇ ਸਮਝੌਤੇ ਕੀਤੇ ਮੈਂ ਰੱਦ ਕਰੂੰਗਾ, ਇਹ ਕਿਹਾ ਸੀ, ਇੱਕ ਵੀ ਸਮਝੌਤਾ ਰੱਦ ਨਹੀਂ ਕੀਤਾ। ਸਰਕਾਰੀ ਖਜ਼ਾਨੇ 'ਚੋਂ ਪੈਸੇ ਪਾ ਕੇ ਸਬਸਿਡੀ ਦੇਤੀ, ਲੇਕਿਨ ਕਾਰਪੋਰੇਟ ਦੇ ਸਮਝੌਤੇ ਰੱਦ ਨਹੀਂ ਕੀਤੇ। ਅਮਰਿੰਦਰ ਨੇ ਵੀ ਕਿਹਾ ਸੀ ਮੈਂ ਸਮਝੌਤੇ ਰੱਦ ਕਰੂੰਗਾ, ਔਰ ਸਿੱਧੂ ਕਹਿੰਦਾ ਸਮਝੌਤੇ ਰੱਦ ਕਰੋ। ਕੱਲ ਤੋਂ ਸਿੱਧੂ ਨੇ ਵੀ ਸਟੈਂਡ ਬਦਲ ਲਿਆ, ਉਹ ਕਹਿੰਦਾ ਸਬਸਿਡੀ ਪਾ ਕੇ ਬਿਜਲੀ ਸਸਤੀ ਕਰ ਦਿਓ। ਇਹਨਾਂ ਨੇ ਲੈਫਟ ਦੀ ਗੱਲ ਕੀਤੀ, ਲਾਲ ਝੰਡੇ ਦੀ ਗੱਲ ਕੀਤੀ, ਤਾਂ ਇਹ ਕਿਹਾ ਜਾਂਦਾ ਕਿ ਜਿਹੜੀਆਂ ਖੱਬੇ ਪੱਖੀ ਧਿਰਾਂ ਨੇ ਉਹ ਧਾਰਮਿਕ ਭਾਵਨਾਵਾਂ ਦੀ ਕਦਰ ਨਹੀਂ ਕਰਦੀਆਂ ਲੋਕਾਂ ਦੀਆਂ, ਕਿਉਂਕਿ ਸਾਡਾ ਸਮਾਜ ਦਾ ਤਾਣਾ ਬਾਣਾ ਐਸਾ ਹੈ ਕਿ ਇੱਥੇ ਜਾਤਾਂ ਵੀ ਹੈ ਤੇ ਧਰਮ ਵੀ ਇੱਕ ਬਹੁਤ ਮਹੱਤਵਪੂਰਨ ਮੁੱਦਾ ਹੈ। ਤਾਂ ਖੱਬੇ ਪੱਖੀ ਧਿਰਾਂ ਧਾਰਮਿਕ ਭਾਵਨਾਵਾਂ ਦੀ ਕਦਰ ਨਹੀਂ ਕਰਦੀਆਂ, ਆਪਣੀ ਆਈਡੀਓਲੋਜੀ ਥੋਪਦੀਆਂ ਨੇ। ਤੇ ਭਾਜਪਾ ਦੀ ਲੀਡਰਸ਼ਿਪ ਦੀ ਬੋਲੀ ਹੈ ਕਿ ਕਾਮਰੇਡਾਂ ਨੇ ਕੈਪਚਰ ਕਰ ਲਿਆ ਕਿਸਾਨੀ ਅੰਦੋਲਨ, ਤੇ ਕਾਮਰੇਡਾਂ ਬਾਰੇ ਉਹ ਇੱਕ ਟਿੱਪਣੀ ਕਰਦੇ ਆ ਕਿ ਇਹ ਤਾਂ ਜਿਹੜੀ ਫੈਕਟਰੀ ਤੇ ਝੰਡਾ ਲਾ ਦੇਣ ਉਹਨੂੰ ਬੰਦ ਕਰਵਾ ਕੇ ਜਿਹੜਾ ਘਰੇ ਜਾਂਦੇ ਨੇ। ਤੇ CPI ML ਦੀ ਜਿਹੜੀ ਗੱਲ ਕੀਤੀ ਇਹਨਾਂ ਨੇ, ਤਾਂ ਉਹਦੇ ਤੇ ਜਿਹੜੇ ਦੂਜੇ ਪੱਖ ਦੇ ਕਾਮਰੇਡ ਨੇ, ਜਿਹੜੇ ਚੋਣਾਂ 'ਚ ਨਹੀਂ ਜਾਂਦੇ ਜਾਂ ਇਹਨਾਂ ਤੋਂ ਵੱਖਰੇ ਹੋ ਕੇ ਜਾਂਦੇ ਨੇ, ਤਾਂ ਉਹ ਕਹਿੰਦੇ ਨੇ ਕਿ ਇਹਨਾਂ ਪਾਰਟੀਆਂ ਨੇ ਵੀ ਜਿਹੜੀ ਖੱਬੇ ਪੱਖੀ ਆਈਡੀਓਲੋਜੀ ਸੀ ਉਹਦਾ ਸਭ ਤੋਂ ਵੱਧ ਨੁਕਸਾਨ ਕੀਤਾ। ਕਾਂਗਰਸ ਦੇ ਨਾਲ ਮਿਲ ਕੇ ਉਸ ਢੰਗ ਦੇ ਨਾਲ ਨੀਤੀ ਬਣਾਈ, ਉਹ ਪਾਲਿਸੀਆਂ ਦੇ ਹਿੱਸੇ ਰਹੇ ਨੇ। ਦੇਖੋ, ਗੱਲ ਇਹ ਹੈ, ਰਾਜਨੀਤਿਕ ਗੱਲ ਤਾਂ ਰਾਜਨੀਤਿਕ ਪਾਰਟੀਆਂ ਦੀ ਜਵਾਬ ਦੇਣਗੀਆਂ। ਮੈਂ ਤਾਂ ਕਿਉਂਕਿ CITU ਟ੍ਰੇਡ ਯੂਨੀਅਨ ਮਜ਼ਦੂਰ ਜਮਾਤ ਦੇ ਬਾਰੇ ਗੱਲ ਕਹਿ ਸਕਦਾ। ਉਂਝ ਅਸੀਂ ਕੇਰਲਾ ਦੇ ਅੰਦਰ ਖੱਬੇ ਪੱਖੀਆਂ ਦੀ ਸਰਕਾਰ ਹੈ, ਉੱਥੇ ਤਾਂ ਕੋਈ ਕਾਰਖਾਨਾ ਬੰਦ ਨਹੀਂ ਹੋਇਆ, ਬਲਕਿ ਕਾਰਖਾਨੇ ਨਵੇਂ ਚੱਲ ਰਹੇ ਹੈ। ਜਿਹੜੇ ਰਵਾਇਤੀ ਕਿੱਤੇ ਹੈ ਉੱਥੇ, ਟ੍ਰੈਡੀਸ਼ਨਲ ਪ੍ਰੋਫੈਸ਼ਨਸ ਹੈ, ਉਹ ਵੀ ਉਹਨਾਂ ਨੇ ਇੰਡਸਟਰੀ ਦੀ ਪਰਿਭਾਸ਼ਾ 'ਚ ਲਿਆਂਦੇ। ਈਵਨ ਖੇਤੀ ਵੀ ਜਿਹੜੀ ਹੈ ਕਿ ਖੇਤੀ ਦੀ ਜ਼ਮੀਨ ਵੀ ਅਸੀਂ ਨਹੀਂ ਘਟਣ ਦੇਣੀ। ਕੇਰਲਾ ਦੇ ਅੰਦਰ ਖੇਤੀ ਵਾਹੀਯੋਗ ਜ਼ਮੀਨ ਨੂੰ ਕੋਈ ਡਿਵੈਲਪ ਨਹੀਂ ਕਰ ਸਕਦਾ ਜਦ ਤੱਕ ਗੌਰਮੈਂਟ ਮਨਜ਼ੂਰੀ ਨਾ ਦੇਵੇ। ਇਹ ਨਹੀਂ ਵੀ ਜਿਹੜੀ ਜ਼ਮੀਨ 'ਤੇ ਜਾ ਕੇ ਪੰਚਾਇਤੀ ਦੇ ਕਬਜ਼ਾ ਕਰ ਲਓ, ਮਾਰਕੀਟਾਂ ਦੇ ਕਬਜ਼ਾ ਕਰ ਲਓ ਅਤੇ ਮਕਾਨ ਬਣਾ ਕੇ ਵੇਚ ਦਿਓ। ਕੇਰਲਾ ਦੇ ਅੰਦਰ ਖੇਤ ਮਜ਼ਦੂਰ ਯੂਨੀਅਨ ਦੀ ਮੰਗ ਹੈ ਕਿ ਖੇਤੀ ਰਹਿਣੀ ਚਾਹੀਦੀ ਹੈ, ਤਾਂ ਅਸੀਂ ਖੇਤ ਮਜ਼ਦੂਰ ਰਹਿਣਾ, ਅਤੇ ਜੇ ਖੇਤੀ ਨਾ ਰਹੀ ਤਾਂ ਖੇਤ ਮਜ਼ਦੂਰ ਕਿੱਥੇ ਕੰਮ ਕਰਨ ਜਾਏਗਾ? ਉਹ ਤਾਂ ਉੱਜੜ ਗਿਆ ਪਿੰਡ 'ਚੋਂ। ਇਸ ਕਰਕੇ ਪਹਿਲੀ ਇਹ ਗੱਲ ਵੀ ਇਹ ਕਾਰਖਾਨਾ ਜਿੱਥੇ ਝੰਡਾ ਲਾਤਾ ਇਸ ਕਰਕੇ ਜਾਂਦਾ, ਝੰਡੇ ਤਾਂ 20 25 ਸਾਲ ਵੀ ਰਹੇ ਹੈ, ਉਹਦੇ ਨਾਲ ਥੋੜ੍ਹੀ ਕਾਰਖਾਨਾ ਬੰਦ ਹੋਇਆ। ਕਾਰਖਾਨਾ ਜੋ ਸਰਕਾਰ ਦੀ ਨੀਤੀਆਂ ਆਈਆਂ ਨਿੱਜੀਕਰਨ ਦੀ, ਕਾਰਖਾਨੇ ਉਹ 'ਚੋਂ ਬੰਦ ਹੋਏ ਹੈ। ਛੋਟੇ ਕਾਰਖਾਨੇ ਬੰਦ ਹੋਏ, ਵੱਡੇ ਖਾ ਗਏ ਉਹਨਾਂ ਨੂੰ। ਜਦੋਂ ਵਿਦੇਸ਼ਾਂ ਦਾ ਮਾਲ ਆ ਕੇ ਵਿਕਣਾ ਸ਼ੁਰੂ ਹੋ ਗਿਆ, ਟੈਕਸ ਘਟਾਤੇ ਉਹਨਾਂ ਦੇ ਉੱਤੇ, ਮਤਲਬ ਦੇਸ਼ ਦੀ ਆਤਮ ਨਿਰਭਰਤਾ ਦਾ ਤਿਆਗ ਕਰਤਾ, ਤਾਂ ਕਾਰਖਾਨੇ ਬੰਦ ਹੋਏ ਹੈ। ਕਾਰਖਾਨੇ ਨੀਤੀਆਂ 'ਚੋਂ ਬੰਦ ਹੁੰਦੇ ਹੈ, ਟ੍ਰੇਡ ਯੂਨੀਅਨਾਂ ਕਰਕੇ ਬੰਦ ਨਹੀਂ ਹੁੰਦੇ। ਜੇ ਟ੍ਰੇਡ ਯੂਨੀਅਨਾਂ ਕਰਕੇ ਬੰਦ ਹੋਣ ਤਾਂ ਅਮਰੀਕਾ ਤੇ ਇੰਗਲੈਂਡ ਦੀ ਟ੍ਰੇਡ ਯੂਨੀਅਨਾਂ ਤੋਂ ਸਾਡੇ ਨਾਲੋਂ ਜ਼ਿਆਦਾ ਤਾਕਤ ਵਾਲੀਆਂ। ਉੱਥੇ ਫਿਰ ਕਾਰਖਾਨੇ ਤਾਂ ਪਹਿਲਾਂ ਉਹਨਾਂ ਦੇ ਬੰਦ ਹੋਣੇ ਚਾਹੀਦੇ ਸੀ। ਟ੍ਰੇਡ ਯੂਨੀਅਨ ਤਾਂ ਚਾਈਨਾ ਦੀ ਸਾਰੀ ਦੁਨੀਆ ਨਾਲੋਂ ਵੱਡੀ ਟ੍ਰੇਡ ਯੂਨੀਅਨ ਹੈ। ਬਲਕਿ ਉਲਟ ਕਰ ਰਹੇ ਉਹ ਵੀ ਜਿਹੜਾ ਅਲੀ ਬਾਬਾ ਵਾਲਾ ਹੈ, ਅਲੀ ਬਾਬਾ ਦੇ ਕਾਰਖਾਨੇ 'ਤੇ ਉਹਨੇ ਕਹਿ ਦਿੱਤਾ
ਵੀ ਜੇ ਮਜ਼ਦੂਰ ਹੜਤਾਲ ਕਰੇਗਾ ਸਰਕਾਰ ਮਜ਼ਦੂਰਾਂ ਨਾਲ ਹੋਏਗੀ, ਜੇ ਆਪਣੇ ਮੁਨਾਫੇ ਦਾ ਮਜ਼ਦੂਰਾਂ ਨੂੰ ਹਿਸਾਬ ਨਹੀਂ ਦੇਗਾ ਸਰਕਾਰ ਮਜ਼ਦੂਰਾਂ ਨਾਲ ਹੋਏਗੀ। ਜਿੰਨਾ ਮੁਨਾਫਾ ਹੋਏਗਾ 75% ਮਜ਼ਦੂਰਾਂ ਨੂੰ ਜਾਏਗਾ, 25% ਇਹਦਾ ਹੋਏਗਾ, ਉਹ 'ਚ ਸਰਕਾਰ ਟੈਕਸ ਲਏਗੀ। ਮਤਲਬ ਉਹਦੇ ਨਾਲ ਉਹਦੇ ਕਾਰਖਾਨੇ ਦੇ ਬੰਦ ਨਹੀਂ ਹੁੰਦੇ, ਬਲਕਿ ਉਹਨਾਂ ਦੇ ਪਿੰਡਾਂ ਦੇ ਅੰਦਰ ਜਿਹੜਾ ਮਜ਼ਦੂਰ ਸ਼ਹਿਰਾਂ ਨੂੰ ਜਾਂਦਾ ਸੀ, ਕਾਮਰੇਡਾਂ ਨੇ ਉੱਥੇ ਵਾਲਿਆਂ ਨੇ, ਉੱਥੇ ਦੀ ਹਾਲਤਾਂ ਵੱਖਰੀਆਂ ਸਾਡੇ ਨਾਲੋਂ, ਪਰ ਉਹਨਾਂ ਨੇ ਪਿੰਡਾਂ ਦੇ ਅੰਦਰ ਹੀ ਇੰਡਸਟਰੀ ਬਣਾ ਕੇ ਉਹਨਾਂ ਮਜ਼ਦੂਰਾਂ ਲਈ ਕਿਹੜੇ ਕਿੱਤੇ ਹੋ ਸਕਦੇ ਆ ਉਹ ਕਿੱਤੇ ਸ਼ੁਰੂ ਕੀਤੇ, ਅਤੇ ਉਹਨਾਂ ਦਾ 60% ਆਬਾਦੀ ਸ਼ਹਿਰਾਂ 'ਚ ਆ ਗਈ ਹੈ, ਪਰ ਬੇਰੁਜ਼ਗਾਰੀ ਫਿਰ ਵੀ ਨਹੀਂ ਹੈ, ਇੱਕ ਵੀ ਬੇਰੁਜ਼ਗਾਰ ਨਹੀਂ ਹੈ। ਇਸ ਕਰਕੇ ਬੇਰੁਜ਼ਗਾਰੀ ਦਾ, ਕਾਰਖਾਨੇਬੰਦੀ ਦਾ ਤਾਲੁਕ ਲਾਲ ਝੰਡੇ ਦੀ ਨੀਤੀ 'ਚੋਂ ਨਹੀਂ ਹੈ। ਲਾਲ ਝੰਡਾ ਤਾਂ ਰੁਜ਼ਗਾਰ ਚਾਹੁੰਦਾ ਕਿ ਰੁਜ਼ਗਾਰ ਮਿਲੇ, ਸਟੇਟ ਦੇਵੇ, ਪਾਲਿਸੀ ਉਹ ਬਣਾਵੇ। ਜੇ ਕਾਰਖਾਨੇ ਬੰਦ ਹੋਏ ਤਾਂ ਇਸ ਪਾਲਿਸੀ 'ਚ ਬੰਦ ਹੋਏ। ਕੱਲ੍ਹ ਮੰਨ ਲਓ ਕਰੋੜਾਂ ਦੁਕਾਨਾਂ ਬੰਦ ਹੋਣਗੀ, ਜੇ ਆਨਲਾਈਨ ਬਿਜ਼ਨਸ ਚੱਲੇਗਾ ਤਾਂ ਕਮਿਸ਼ਨ ਹੜਤਾਲ ਕਰੀ ਜਾਣ। ਕਮਿਸ਼ਨਰ ਨੇ ਕਿਹਾ ਵੀ ਦਵਾਈਆਂ ਜੇ ਆਨਲਾਈਨ ਜਾਣਗੀ ਸਾਡੀ ਦੁਕਾਨਾਂ ਬੰਦ ਹੋਣਗੀ, ਉੱਥੇ ਲਾਲ ਝੰਡਾ ਲਾਇਆ ਕਿਸੇ ਨੇ। ਚੱਕੀਆਂ ਬੰਦ ਹੋਣਗੀ ਕੱਲ੍ਹ ਨੂੰ। ਜੇ ਬ੍ਰਾਂਡਿਡ ਆਟਾ ਵਿਕੇਗਾ, ਮੰਨ ਲਓ ਚਾਹੇ ਕੋਈ ਸਾਧ ਹੀ ਵੇਚੇ, ਕੋਈ ਵਿਦੇਸ਼ੀ ਕੰਪਨੀ ਵੇਚੇ, ਤਾਂ ਜੇ ਉਹਦਾ ਬ੍ਰਾਂਡਿਡ ਆਟਾ ਵਿਕੇਗਾ ਤਾਂ ਫਿਰ ਆਟੇ ਦੀ ਚੱਕੀਆਂ ਤਾਂ ਬੰਦ ਹੋਣਗੀਆਂ। ਤਾਂ ਲਾਲ ਝੰਡੇ ਕਰਕੇ ਥੋੜ੍ਹੀ ਬੰਦ ਹੋਣ ਲੱਗੇ ਆ। ਜਿੰਨੇ ਥੱਲੇ ਛੋਟੇ ਕੰਮ ਹੈ ਉਹ ਬੰਦ ਹੋਣ ਲੱਗੇ ਆ। ਮੰਨ ਲਓ ਕੱਲ੍ਹ ਵੱਡੇ ਆ ਗਏ ਕਿ 100 ਕਿਲੋਮੀਟਰ ਦੀ ਸੜਕ ਸਾਰਾ ਟੈਕਸ ਦੀ ਜ਼ਿੰਮੇਵਾਰੀ ਉਹਦੀ ਹੋਏਗੀ, ਟ੍ਰੇਨਿੰਗ ਉਹੀ ਦੇਗਾ, ਬੱਸਾਂ ਟਰੱਕ ਉਹੀ ਚਲਾਏਗਾ, ਅੱਗੇ ਦੂਜਿਆਂ ਨੂੰ ਟਰਾਂਸਪੋਰਟ ਟਰੱਕ ਦੇ ਮਾਲ ਉਹ ਕਰੇਗਾ। ਇਹ ਆ ਗਿਆ ਐਗਰੀਗੇਟਰ ਦਾ ਕਾਨੂੰਨ, ਬਦਲ ਜਾਣਾ ਹੁਣ, ਨਵਾਂ ਆ ਗਿਆ। ਉਹਦੇ ਅੰਦਰ ਹੁਣ ਸੜਕਾਂ ਦੇ ਜਿਹੜੇ ਛੋਟੇ ਗੱਡੀਆਂ ਸੜਕ ਤੋਂ ਪਾਸੇ ਕਰਨੀ ਹੈ, ਮਤਲਬ ਆਟੋ ਨੂੰ ਪਾਸੇ ਹਟਾਉਣਾ, ਸਰਵਿਸ ਲਾਈਨ ਤੋਂ ਹੀ ਬਾਹਰ ਕੱਢਣਾ, ਤਾਂ ਇਹ ਲਾਲ ਝੰਡੇ ਕਰਕੇ ਥੋੜ੍ਹੀ ਨਿਕਲਣਾ, ਉਹ ਤਾਂ ਨਵੀਂ ਪਾਲਿਸੀ ਕਰਕੇ ਨਿਕਲਣਾ। ਹੁਣ ਜਿਹੜੇ ਮਤਲਬ ਪਾਣੀ ਦਾ ਕਾਰੋਬਾਰ ਛੋਟਾ ਕਾਰੋਬਾਰ ਸੀਗਾ, ਹੁਣ ਪਾਣੀ 'ਚ ਬੜੀ ਬੜੀ ਕੰਪਨੀਆਂ ਆ ਗਈਆਂ। ਹੁਣ ਇਸ ਤੋਂ ਹੀ ਵੱਡੀ ਕੰਪਨੀਆਂ ਪੂਰੀ ਨਦੀ ਖਰੀਦ ਲੈਣਗੀ ਤਾਂ ਪਾਣੀ ਉਹੀ ਵੇਚਣਗੇ ਨਾ। ਫਿਰ ਇਹ ਮਿਊਨਿਸਪੈਲਿਟੀ ਥੋੜ੍ਹੀ ਟਿਊਬਵੈੱਲ ਲਾ ਲੂਗੀ। ਇੱਥੇ ਦੀ ਮਿਊਨਿਸਪੈਲਿਟੀ ਤਾਂ 32 ਟਿਊਬਵੈੱਲ ਬੰਦ ਪਏ ਇਹਦੇ ਪਹਿਲਾਂ ਹੀ। 80 ਟਿਊਬਵੈੱਲਾਂ 'ਚੋਂ ਖਰੜ 'ਚੋਂ 32 ਟਿਊਬਵੈੱਲ ਬੰਦ ਹੋ ਗਏ। ਇਹ ਤਾਂ ਟਿਊਬਵੈੱਲ ਖੋਲ੍ਹਣ ਜੋਗੇ ਨਹੀਂ ਹੈ। ਇਹ ਤਾਂ ਝੂਠੇ ਲਾਰੇ ਲਾ ਕੇ ਵੋਟਾਂ ਵਾਸਤੇ ਵੀ ਅਸੀਂ ਕਜੌਲੀ ਤੋਂ ਪਾਣੀ ਉੱਥੋਂ ਪਾਣੀ ਲਿਆਵਾਂਗੇ, ਉਹ ਰਿਜ਼ਰਵਾਇਰ ਬਣਾ ਕੇ ਸ਼ਹਿਰ ਨੂੰ ਪਾਣੀ ਦੇ ਦੇਂਗੇ। ਪਤਾ ਨਹੀਂ ਕਦੋਂ ਮਿਲੇਗਾ, ਕਦੋਂ ਰਿਜ਼ਰਵੇਸ਼ਨ ਬਣਾ, ਕਦੋਂ ਪਰਮਿਸ਼ਨ ਮਿਲੇਗੀ। ਪ੍ਰਚਾਰ ਕਰਕੇ ਵੋਟਾਂ ਲਈ ਪ੍ਰਚਾਰ ਹੈ। ਇਹ ਲਾਲ ਝੰਡੇ ਦੇ ਵਿਰੁੱਧ ਪ੍ਰਚਾਰ ਉਹਨਾਂ ਦਾ, ਕਿਉਂਕਿ ਲਾਲ ਝੰਡਾ ਹੀ ਹੈ ਜਾਂ ਲਾਲ ਝੰਡੇ ਦੀ ਧਿਰਾਂ ਜਿਹੜੀ ਬੇਸਿਕਲੀ ਇਹਨਾਂ ਨੀਤੀਆਂ ਦਾ ਵਿਰੋਧ ਕਰਦੀਆਂ, ਕਾਰਪੋਰੇਟਾਈਜੇਸ਼ਨ ਦਾ। ਜਿਹੜੀ ਧਰਮ ਦੀ ਗੱਲਬਾਤ ਹੈ, ਧਰਮ ਦੇ ਮਾਮਲੇ 'ਚ ਦੇਖੋ, ਮੈਂ ਬਹੁਤਾ ਤਾਂ ਦੁਨੀਆ ਦਾ ਨਹੀਂ ਕਹਿ ਸਕਦਾ, ਮਜ਼ਦੂਰ ਜਮਾਤ ਵਾਲੇ ਹਾਂ ਅਸੀਂ। ਸਾਡੀ ਮਜ਼ਦੂਰ ਜਮਾਤ ਦੇ ਅੰਦਰ ਸਾਰੇ ਧਰਮਾਂ ਦੇ ਲੋਕ ਹੈ, ਸਾਰੇ ਧਰਮਾਂ ਦੇ। ਤੁਸੀਂ ਅੰਦਾਜ਼ਾ ਕਰੋ, ਜਦੋਂ ਸਿੱਖਾਂ ਦੇ ਉੱਤੇ ਪੂਰੇ ਦੇਸ਼ 'ਚ ਅਤਿਆਚਾਰ ਹੋਇਆ 84 'ਚ, ਬੰਗਾਲ ਦੇ ਅੰਦਰ ਜੋਤੀ ਬਾਸੂ ਚੀਫ ਮਿਨਿਸਟਰ ਸੀ, 50,000 ਦਾ ਇਕੱਠ ਕਰਕੇ ਆਪਣੇ ਪਿੱਠ ਦੇ ਮਤਲਬ ਨਾਲ ਮੂਹਰੇ ਲੱਗ ਕੇ ਝੰਡਾ ਲੈ ਕੇ ਉਹ ਬਾਜ਼ਾਰਾਂ 'ਚ ਨਿਕਲਿਆ ਵੀ ਜੇ ਇੱਕ ਸਿੱਖ ਦੇ ਉੱਤੇ ਵੀ ਕਿਸੇ ਨੇ ਉਂਗਲੀ ਚੱਕਤੀ ਪੂਰੀ ਬਾਂਹ ਵੱਢ ਦਿਆਂਗੇ ਉਹਦੀ। ਕਾਨਪੁਰ 'ਚ ਕਤਲ ਹੋਏ, ਬਿਹਾਰ 'ਚ ਕਤਲ ਹੋਏ, ਯੂਪੀ 'ਚ ਕਤਲ ਹੋਏ, ਦਿੱਲੀ 'ਚ ਕਤਲ ਹੋਏ, ਬੰਗਾਲ 'ਚ ਕਤਲ ਕਿਉਂ ਨਹੀਂ ਹੋਣ ਦਿੱਤੇ? ਜੇ ਧਾਰਮਿਕ ਗੱਲ ਹੁੰਦੀ ਤਾਂ ਬੰਗਾਲ 'ਚ ਵੀ ਕਤਲ ਹੁੰਦੇ। ਬੰਗਾਲ ਦੇ ਅੰਦਰ ਉਹ ਮੂਰਤੀ ਦੀ ਕਾਲੀ ਮਾਤਾ ਦੀ ਪੂਜਾ ਕਰਦੇ ਆ। 14 ਦਿਨ ਦੀ ਸਾਰੇ ਸਰਕਾਰੀ ਦਫ਼ਤਰਾਂ 'ਚ ਛੁੱਟੀ ਹੁੰਦੀ ਰਹੀ 34 ਸਾਲ ਦੇ ਕਮਿਊਨਿਸਟ ਰਾਜ 'ਚ। ਜੇ ਉਹ ਧਰਮ ਵਿਰੋਧੀ ਹੁੰਦੇ ਤਾਂ ਫਿਰ ਕਾਲੀ ਦਾ ਪ੍ਰਚਾਰ ਤਾਂ ਸਭ ਤੋਂ ਵੱਧ ਕਲਕੱਤੇ ਵਾਲੀ ਆ, ਉਹ ਉੱਥੇ ਹੀ ਹੈ ਨਾ। ਫਿਰ ਪੂਜਾ ਦੇ 14 ਦਿਨ ਦੀ ਛੁੱਟੀ, ਅਤੇ ਉੱਥੇ ਮਿਨਿਸਟਰ ਵੀ ਜਾ ਕੇ ਪੂਜਾ ਦੇ ਪੰਡਾਲਾਂ 'ਚ ਬਹਿੰਦੇ ਸੀ ਆਪ। ਜੇ ਧਰਮ ਵਿਰੋਧੀ ਹੁੰਦੇ, ਧਰਮ ਨੂੰ ਨਹੀਂ ਮੰਨਦਾ, ਯੂਰਪ ਦਾ ਨੌਜਵਾਨ ਕੋਈ ਧਰਮ ਨਹੀਂ ਮੰਨ ਰਿਹਾ, ਉਹ ਰੱਬ ਨੂੰ ਮੰਨਦੇ ਹੀ ਨਹੀਂ ਹੈ, ਪਰ ਧਰਮ ਵਿਰੋਧੀ ਥੋੜ੍ਹੀ ਆ। ਜੇ ਕਿਸੇ ਨੇ ਚਰਚ ਬਣਾਈ, ਜਿਹੜਾ ਜਾਣਦਾ ਜਾਂਦਾ ਚਰਚ ਜਾਵੇ, ਕੋਈ ਗੁਰਦੁਆਰੇ ਜਾਂਦਾ, ਕੋਈ ਮੰਦਿਰ ਜਾਂਦਾ, ਕੋਈ ਮਸਜਿਦ ਜਾਂਦਾ, ਸਾਨੂੰ ਕੀ ਤਕਲੀਫ ਹੈ? ਅਸੀਂ ਧਰਮ ਨਿਰਪੱਖ ਹਾਂ। ਧਰਮ ਨੂੰ ਰਾਜਨੀਤੀ ਲਈ ਨਾ ਵਰਤੋ, ਕਿਉਂਕਿ ਸਮਾਜ ਜਮਾਤਾਂ 'ਚ ਵੰਡਿਆ ਹੋਇਆ। ਸਿੱਖ ਕਿਸਾਨ ਹੋਵੇ, ਗੁੱਜਰ ਹੋਵੇ, ਹਿੰਦੂ ਹੋਵੇ, ਜਾਟ ਹੋਵੇ, ਸੈਣੀ ਹੋਵੇ, ਕਿਸਾਨ ਹੈ। ਨੀਤੀ ਬਣਾਓਗੇ ਸਾਰੇ ਮਾਰੇ ਜਾਣਗੇ। ਧਰਮ ਦੇ ਆਧਾਰ 'ਤੇ ਫੈਸਲਾ ਨਹੀਂ ਹੋਣਾ। ਜੇ ਮਿਨੀਮਮ ਵੇਜ ਘੱਟੋ ਘੱਟ ਉਜਰਤ ਮੁਲਾਜ਼ਮ ਦੀ ਵੱਧ ਜੇ, ਕੱਚੇ ਪੱਕੇ ਹੋ ਜਾਣ, ਤਾਂ ਉਹ ਹਿੰਦੂ ਹੋਵੇ ਚਾਹੇ ਸਿੱਖ ਹੋਵੇ, ਤਾਂ ਦੋਨੋਂ ਪੱਕੇ ਹੋਣਗੇ ਨਾ। ਇਸ ਕਰਕੇ ਧਰਮ ਦੇ ਆਧਾਰ 'ਤੇ ਨਹੀਂ ਫੈਸਲੇ ਹੁੰਦੇ, ਫੈਸਲੇ ਜਮਾਤਾਂ ਦੇ ਆਧਾਰ 'ਤੇ ਹੁੰਦੇ ਆ। ਇਹ ਆ ਸਾਡੀ, ਅਸੀਂ ਧਰਮ ਨਿਰਪੱਖਤਾ ਨੂੰ ਮੰਨਦੇ ਹਾਂ, ਧਰਮ ਵਿਰੋਧੀ ਨਹੀਂ ਅਸੀਂ। ਸੋ ਸਮਾਜਿਕ ਮੁੱਦਿਆਂ 'ਤੇ ਗੱਲਬਾਤ ਕੀਤੀ, ਕਿਸਾਨੀ ਸੰਘਰਸ਼ ਨੂੰ ਲੈ ਕੇ ਗੱਲਬਾਤ ਕੀਤੀ। ਇੱਕ ਸਿੱਧੇ ਕੁ ਸ਼ਬਦਾਂ 'ਚ ਇਹ ਵੀ ਦੱਸ ਦਿਓ ਕਿ ਜਿਹੜੀਆਂ ਸਰਕਾਰਾਂ ਨੇ ਉਹ ਵੋਟਾਂ ਨਾਲ ਚੁਣੀਆਂ ਜਾਂਦੀਆਂ ਨੇ,
ਤੇ ਜਦੋਂ ਵੋਟ ਦਾ ਮਸਲਾ ਆਉਂਦਾ ਤਾਂ ਲੀਡਰ ਕਾਫੀ ਟਫ ਡਿਸੀਜਨ ਵੀ ਲੈ ਲੈਂਦੇ ਨੇ, ਆਪਣੇ ਪੱਖ ਦੇ ਡਿਸੀਜਨ ਵੀ ਲੈ ਲੈਂਦੇ ਨੇ। ਤਾਂ ਹੁਣ ਹਰਿਆਣਾ ਦੇ ਵਿੱਚ ਬਹੁਤ ਔਖੇ ਹੋ ਕੇ ਬੀਜੇਪੀ ਨੇ ਸਰਕਾਰ ਬਣਾਈ। ਉੱਤਰ ਪ੍ਰਦੇਸ਼ ਦੇ ਵਿੱਚ ਯੋਗੀ ਰਾਜ ਨੂੰ ਰਾਮ ਰਾਜ ਕਿਹਾ ਗਿਆ, ਤਾਂ ਉਹ ਦੁਬਾਰਾ ਉੱਥੇ ਹਲੇ ਸ਼ੱਕ ਦੇ ਘੇਰੇ 'ਚ ਆ ਕਿ ਸਰਕਾਰ ਬਣੂਗੀ ਜਾਂ ਨਹੀਂ ਬਣੂਗੀ। ਉੱਥੇ ਤਾਕਤ ਜਿਹੜੀ ਉਹ ਸਾਰੀ ਝੋਕੀ ਜਾ ਰਹੀ ਹੈ। ਪਰ ਇਹਦੇ ਬਾਵਜੂਦ ਵੀ 3 ਖੇਤੀ ਕਾਨੂੰਨਾਂ ਨੂੰ ਲੈ ਕੇ ਜਿਹੜੀ ਲੜਾਈ ਹੈ, ਸਰਕਾਰ ਵਾਪਸ ਕਿਉਂ ਨਹੀਂ ਲੈ ਰਹੀ? ਕਿਉਂਕਿ ਜੇ ਵੋਟ ਦਾ ਹੀ ਮਸਲਾ ਹੈਗਾ ਤਾਂ ਵੋਟ ਦਾ ਨੁਕਸਾਨ ਪੰਜਾਬ 'ਚ ਜਿਹੜੀ ਸੀਗੀ ਥੋੜ੍ਹੀ ਬਹੁਤੀ ਉਹਦਾ ਤਾਂ ਹੋ ਹੀ ਗਿਆ, ਹਰਿਆਣਾ 'ਚ ਹੋ ਗਿਆ, ਤੇ ਉੱਤਰ ਪ੍ਰਦੇਸ਼ 'ਚ ਸ਼ੰਕਾ, ਤੇ ਉੱਤਰਾਖੰਡ 'ਚ ਸਰਕਾਰ ਬਣਨ ਦੇ ਅੰਕੜੇ ਦਿਖਾਈ ਨਹੀਂ ਦੇ ਰਹੇ। ਗੋਆ 'ਚ ਵੀ ਜਿਹੜੀ ਆ ਬੀਜੇਪੀ ਸੱਤਾ 'ਚੋਂ ਬਾਹਰ ਹੋ ਰਹੀ ਹੈ। ਤਾਂ ਇਹਨਾਂ ਹਾਲਾਤਾਂ ਵਿੱਚ ਜੇ ਵੋਟ ਦਾ ਮਸਲਾ, ਤਾਂ ਕਾਨੂੰਨ ਵਾਪਸ ਕਿਉਂ ਨਹੀਂ ਹੋ ਰਹੇ ਜਦੋਂ ਵੋਟ ਦੀ ਚੋਟ ਸਰਕਾਰ ਨੂੰ ਵੱਜ ਰਹੀ ਹੈ? ਦੇਖੋ, ਜਿਹੜੀ ਰਾਜ ਕਰਦੀ ਧਿਰਾਂ ਹੈ ਹਿੰਦੁਸਤਾਨ 'ਚ, ਉਹ ਰਾਜ ਕਰਦੀ ਧਿਰਾਂ ਬੁਨਿਆਦੀ ਤੌਰ 'ਤੇ ਕਾਰਪੋਰੇਟ ਹਾਊਸਿਸ ਦੀ ਨੁਮਾਇੰਦਗੀ ਕਰਦੀਆਂ। ਲੋਕਾਂ ਨੂੰ ਗੁੰਮਰਾਹ ਕਰਕੇ, ਵੋਟਾਂ ਖਰੀਦ ਕੇ, ਸ਼ਰਾਬ ਵੰਡ ਕੇ, ਧਾਰਮਿਕ ਭਾਵਨਾਵਾਂ ਭੜਕਾ ਕੇ, ਉਹ ਮੌਕੇ 'ਤੇ ਕੋਈ ਦੇਸ਼ ਭਗਤੀ ਦਾ ਜਨੂੰਨ ਪੈਦਾ ਕਰਕੇ, ਕੁਦਰਤੀ ਤੌਰ 'ਤੇ ਦੇਸ਼ ਭਗਤੀ ਲੋਕਾਂ 'ਚ ਹੁੰਦੀ ਹੈ, ਕੋਈ ਜਨੂੰਨ ਦਾ ਇਸ਼ੂ ਖੜਾ ਕਰਕੇ, ਆਪ ਯੋਜਨਾ ਬਣਾ ਕੇ ਉਹ ਇਸ ਤਰੀਕੇ ਨਾਲ ਵੋਟਾਂ ਲੈ ਲੈਂਦੇ ਹੈ। ਲੇਕਿਨ ਜਦੋਂ ਵੋਟਾਂ ਦੇ ਵਾਅਦੇ ਕਰਦੇ ਆ, ਝੂਠ ਬੋਲ ਕੇ ਇੱਕ ਦੂਜੇ ਤੋਂ ਅੱਗੇ ਜਾ ਕੇ ਉਹ ਪੂਰੇ ਨਹੀਂ ਕਰਦੇ, ਤਾਂ ਲੋਕਾਂ 'ਚ ਉਹ ਬੇਚੈਨੀ ਦਾ ਕਾਰਨ ਵੀ ਬਣਦਾ। ਸਾਡੀ ਜਿਹੜੀ ਧਿਰ ਹੈ ਮਜ਼ਦੂਰ ਜਮਾਤ ਦੀ, ਅਸੀਂ ਇਹਨਾਂ ਧੋਖਿਆਂ 'ਚ ਆਉਂਦੇ ਨਹੀਂ, ਪਰ ਲੋਕਾਂ ਨੂੰ ਜਾਗਰੂਕ ਵੀ ਕਰਦੇ ਹਾਂ। ਪਰ ਲੋਕਾਂ ਨੂੰ ਜਾਗਰੂਕ ਕਰਨਾ ਸਭ ਤੋਂ ਔਖਾ ਅਤੇ ਵੱਡਾ ਕੰਮ ਹੈ। ਲੇਕਿਨ ਅਸੀਂ ਔਖੇ ਅਤੇ ਵੱਡੇ ਕੰਮ ਤੋਂ ਘਬਰਾਉਂਦੇ ਨਹੀਂ। ਅਸੀਂ ਉਦੋਂ ਤੱਕ ਕਰਦੇ ਰਹਿਣਾ ਜਦ ਤੱਕ ਲੋਕ ਜਾਗਰੂਕ ਔਰ ਜਥੇਬੰਦ ਨਹੀਂ ਹੋਣਗੇ। ਇਹ ਕੰਟੀਨਿਊ ਪ੍ਰੋਸੈਸ ਹੈ, ਇਹ ਸਿਰਫ ਚੋਣਾਂ 'ਚ ਨਹੀਂ ਮੁੱਕ ਜਾਂਦਾ। ਚੋਣਾਂ ਦੇ ਆਧਾਰ 'ਤੇ ਮੈਂ ਗੱਲ ਕਰਾਂ ਪੰਜਾਬ ਦੀ, ਜਿਹੜਾ ਦਿੱਲੀ ਦਾ ਚੀਫ ਮਿਨਿਸਟਰ ਹੈ, ਉਹ ਸੂਬਿਆਂ ਨੂੰ ਵੱਧ ਅਧਿਕਾਰਾਂ ਦੇ ਹੱਕ ਵਾਲਾ ਨਹੀਂ ਹੈ। ਕੇਂਦਰ ਸਰਕਾਰ ਮਜ਼ਬੂਤ ਚਾਹੀਦੀ ਹੈ, ਪਰ ਦਿੱਲੀ 'ਚ ਕਹਿੰਦੇ ਸਰਕਾਰ ਨੂੰ ਵੱਧ ਅਧਿਕਾਰ ਚਾਹੀਦੇ ਆ। ਅਤੇ ਜਦੋਂ ਵੱਧ ਅਧਿਕਾਰਾਂ ਦਾ ਸੰਵਿਧਾਨ 'ਚ ਫੈਸਲੇ ਦੇ ਅਨੁਸਾਰ ਜੰਮੂ ਕਸ਼ਮੀਰ ਦੇ ਅਧਿਕਾਰ ਖੋਏ ਗਿਆ, 370-35 ਇਹ ਹਟਾ ਦਿੱਤੀ ਗਈ, ਸਟੇਟ ਦਾ ਰੁਤਬਾ ਤੋੜ ਕੇ ਯੂਨੀਅਨ ਟੈਰੀਟਰੀ ਬਣਾਤਾ, ਤਾਂ ਉਹੀ ਕੇਜਰੀਵਾਲ ਸੈਂਟਰ ਦੇ ਹੱਕ 'ਚ ਵੋਟ ਪਾਉਂਦਾ। ਸੈਂਟਰ 'ਚ ਦਿੱਲੀ ਕਹਿੰਦਾ ਅਧਿਕਾਰ ਦਿਓ, ਜੰਮੂ ਕਸ਼ਮੀਰ ਦੇ ਅਧਿਕਾਰ ਖੋਲ੍ਹੋ। ਉਹ ਅਸਲ 'ਚ ਹਿੰਦੂਆਂ ਨੂੰ ਅਪੀਲ ਕਰਦਾ। ਉਹ ਧਾਰਮਿਕ ਨਜ਼ਰੀਆ ਹੈ ਉਹਨਾਂ ਦਾ, ਇਹ ਰਾਜਨੀਤਿਕ ਨਜ਼ਰੀਆ ਨਹੀਂ। ਦੇਸ਼ ਨੂੰ ਮਜ਼ਬੂਤ ਕਰਨ ਵਾਲਾ ਜਾਂ ਘੱਟ ਗਿਣਤੀ ਨੂੰ ਧਰਮ ਨਿਰਪੱਖਤਾ ਦਾ ਜਿਹੜਾ ਸੰਵਿਧਾਨ ਦਾ ਬੁਨਿਆਦ ਹੈ, ਉਹਦੇ ਹੱਕ 'ਚ ਦਾ ਨਹੀਂ ਹੈ। ਇਸੇ ਤਰੀਕੇ ਨਾਲ ਅਮਰਿੰਦਰ ਹੈ, ਪਾਣੀ ਦੇ ਸਵਾਲ 'ਤੇ ਕਹਿੰਦਾ ਵੀ ਪੰਜਾਬ ਨੂੰ ਪਾਣੀ ਮਿਲਣਾ ਚਾਹੀਦਾ। ਪੰਜਾਬ ਦੇ ਅੰਦਰ ਆ ਕੇ ਉਹ ਵੀ ਕਹੇਗਾ ਪੰਜਾਬ ਨੂੰ ਪਾਣੀ ਮਿਲਣਾ ਚਾਹੀਦਾ, ਪਰ ਪੰਜਾਬ ਦੇ ਵਿਰੁੱਧ ਕਹਿੰਦਾ ਜਿੰਨਾ ਦਿੱਲੀ 'ਚ ਧੂੰਆਂ ਹੁੰਦਾ ਉਹ ਪੰਜਾਬ ਦੇ ਪਰਾਲੀ ਕਰਕੇ ਹੁੰਦਾ। ਮਤਲਬ ਚੰਡੀਗੜ੍ਹ 'ਚ ਨਹੀਂ ਹੁੰਦਾ, ਕਰਨਾਲ 'ਚ ਨਹੀਂ ਹੁੰਦਾ, ਅੰਬਾਲੇ 'ਚ ਨਹੀਂ ਹੁੰਦਾ, ਇਹ ਪਾਣੀਪਤ 'ਚ ਨਹੀਂ ਹੁੰਦਾ, ਇਹ ਜਾ ਕੇ ਦਿੱਲੀ ਧੂੰਆਂ ਹੁੰਦਾ। ਉਹਦੇ ਲਈ ਪੰਜਾਬ ਦੋਸ਼ੀ ਹੈ। ਅਤੇ ਪਰਾਲੀ ਦਾ ਕਰੇਗਾ ਕੀ? ਕਹਿੰਦਾ ਮੈਨੂੰ ਵੋਟਾਂ ਪਾ ਦਿਓ, ਉਸ ਤੋਂ ਬਾਅਦ ਮੈਂ ਕਰਕੇ ਦਿਖਾ ਦੂੰਗਾ। ਦਿੱਲੀ ਦੀ ਚੋਣਾਂ ਤੋਂ ਪਹਿਲੇ ਉਹਨੇ ਕਿਹਾ ਜਿਹੜੇ ਐਗਰੀਮੈਂਟ ਕਾਂਗਰਸ ਕਰਕੇ ਗਈ ਹੈ, ਜਿਹੜੀ ਚੀਫ ਮਿਨਿਸਟਰ ਸੀ ਬੀਬੀ, ਜਿਹੜੇ ਉਹਨੇ ਸਮਝੌਤੇ ਕੀਤੇ ਮੈਂ ਰੱਦ ਕਰੂੰਗਾ, ਇਹ ਕਿਹਾ ਸੀ। ਇੱਕ ਵੀ ਸਮਝੌਤਾ ਰੱਦ ਨਹੀਂ ਕੀਤਾ। ਸਰਕਾਰੀ ਖਜ਼ਾਨੇ 'ਚੋਂ ਪੈਸੇ ਪਾ ਕੇ ਸਬਸਿਡੀ ਦੇਤੀ, ਲੇਕਿਨ ਕਾਰਪੋਰੇਟ ਦੇ ਸਮਝੌਤੇ ਰੱਦ ਨਹੀਂ ਕੀਤੇ। ਅਮਰਿੰਦਰ ਨੇ ਵੀ ਕਿਹਾ ਸੀ ਮੈਂ ਸਮਝੌਤੇ ਰੱਦ ਕਰੂੰਗਾ, ਔਰ ਸਿੱਧੂ ਕਹਿੰਦਾ ਸਮਝੌਤੇ ਰੱਦ ਕਰੋ। ਕੱਲ੍ਹ ਤੋਂ ਸਿੱਧੂ ਨੇ ਵੀ ਸਟੈਂਡ ਬਦਲ ਲਿਆ। ਉਹ ਕਹਿੰਦਾ ਸਬਸਿਡੀ ਪਾ ਕੇ ਬਿਜਲੀ ਸਸਤੀ ਕਰ ਦਿਓ, ਸਮਝੌਤਿਆਂ ਦਾ ਰਿਵਿਊ ਕਰ ਲਓ। ਰੈਗੂਲੇਟਰੀ ਕਮਿਸ਼ਨ ਜਿਹੜਾ ਪੰਜਾਬ ਦਾ ਇਲੈਕਟ੍ਰੀਸਿਟੀ ਜਿਹੜਾ ਰੈਗੂਲੇਟਰੀ ਅਥਾਰਟੀ, ਹਾਂ ਕਿ ਉਹਨੂੰ ਕਹੋ ਉਹ ਬਿਜਲੀ ਸਸਤੀ ਕਰੇ, ਪੈਸੇ ਸੂਬਾ ਸਰਕਾਰ ਤੋਂ ਲੈ ਲਓ। ਸੂਬਾ ਸਰਕਾਰ ਤਾਂ 2.5 ਲੱਖ ਕਰੋੜ ਦੀ ਪਹਿਲਾਂ ਹੀ ਕਰਜ਼ਦਾਰ ਹੈ। ਮਤਲਬ ਸਰਕਾਰ ਕਰਜ਼ਾ ਲਵੇ ਤਾਂ ਸਬਸਿਡੀ ਦੇ ਦੇ, ਲੇਕਿਨ ਕਾਰਪੋਰੇਟ ਹਾਊਸਿਸ ਨੂੰ ਕੁਛ ਨਹੀਂ ਕਹਿਣਾ। ਜਿਹੜੇ ਸਮਝੌਤੇ ਕੀਤੇ ਉਹ ਕੰਟੀਨਿਊ ਕਰੋ। ਇਸ ਦੇ ਉੱਤੇ ਕਾਂਗਰਸ ਹੋਵੇ, ਕੇਜਰੀਵਾਲ ਹੋਵੇ, ਅਕਾਲੀ ਹੋਵੇ, ਇਹਨਾਂ 'ਚ ਕੋਈ ਮਤਭੇਦ ਨਹੀਂ ਕਿਸੇ ਦਾ ਵੀ। ਇਹ ਸਾਰੇ ਇੱਕ ਦੂਜੇ ਤੋਂ ਹਟਾ ਕੇ ਇਹਨੂੰ ਗੱਦੀ ਤੋਂ ਲਾ ਦਿਓ, ਮੈਨੂੰ ਬਿਠਾ ਦਿਓ, ਅਤੇ ਮੁੜ ਕੇ ਤੂੰ ਕੌਣ ਅਤੇ ਮੈਂ ਕੌਣ। ਅਸੀਂ ਇਹ ਥੋੜ੍ਹੇ ਚਿਰੇ ਨਾਅਰੇ ਲੋਕਾਂ ਨੂੰ ਗੁੰਮਰਾਹ ਕਰਨ ਵਾਲੇ, ਇਹ ਅਸੀਂ ਲਾਲ ਝੰਡਾ ਕਦੇ ਨਹੀਂ ਦਿੰਦਾ। ਲਾਲ ਝੰਡਾ ਲੋਕਾਂ ਦੀ ਚੇਤਨਾ ਜਗਾਉਂਦਾ। ਜਦੋਂ ਚੇਤਨਾ ਦੇ ਆਧਾਰ 'ਤੇ ਲੋਕ ਇਕੱਠੇ ਹੋ ਜਾਣ, ਸਮਝ ਨਾਲ ਇਕੱਠੇ ਹੋ ਜਾਣ, ਫਿਰ ਉਸ ਤੋਂ ਵੱਡੀ ਏਕਤਾ ਦੁਨੀਆ 'ਚ ਕੋਈ ਨਹੀਂ ਹੁੰਦੀ। ਜਿਨ੍ਹਾਂ ਅਸੂਲਾਂ 'ਤੇ ਗੁਰੂ ਨਾਨਕ ਦੇਵ ਜੀ ਨੇ ਆਪਣੀ ਸਿੱਖਿਆ ਦਿੱਤੀ, ਅਤੇ ਜੇ ਉਹਦੇ ਆਪਣੇ ਪੁੱਤ ਵੀ ਉਹਨਾਂ ਅਸੂਲਾਂ 'ਤੇ ਨਹੀਂ ਚਲੇ, ਗੁਰਗੱਦੀ ਉਹਨਾਂ ਨੂੰ ਨਹੀਂ ਦਿੱਤੀ ਉਹਨਾਂ ਨੇ।
ਠੀਕ ਹੈ, ਉਹਨਾਂ ਨੂੰ ਦਿੱਤੀ ਜਿਹੜੇ ਉਹ ਸਿੱਖਿਆ ਪੂਰੀ ਕਰਨ ਵਾਲੇ ਸੀ। ਇਸ ਕਰਕੇ ਸੋਚ ਦੀ ਏਕਤਾ ਚਾਹੀਦੀ ਹੈ। ਅਸੀਂ ਜਮਾਤ ਦੇ ਅੰਦਰ ਸੋਚ ਦੀ ਏਕਤਾ ਜਗਾਉਂਦੇ ਹਾਂ। ਜੇ ਸੋਚ ਇੱਕ ਬਣ ਜਾਏਗੀ, ਸਾਡਾ ਏਕਾ ਕੋਈ ਨਹੀਂ ਤੋੜ ਸਕੇਗਾ। ਜੇ ਜਜ਼ਬਾਤੀ ਇਸ਼ੂ ਏਕਾ ਹੋਏਗਾ, ਜਦੋਂ ਮਰਜ਼ੀ ਤੋੜਿਆ ਜਾ ਸਕਦਾ। ਸੋ ਅਸੀਂ ਗੱਲਬਾਤ ਕੀਤੀ ਕਿ ਕਿਸਾਨੀ ਸੰਘਰਸ਼ ਵੀ ਚੱਲ ਰਿਹਾ, ਮਜ਼ਦੂਰਾਂ ਦੀਆਂ ਸਮੱਸਿਆਵਾਂ ਵੀ ਬਰਕਰਾਰ ਨੇ, ਮਜ਼ਦੂਰਾਂ ਦਾ ਸੰਘਰਸ਼ ਵੀ ਚੱਲ ਰਿਹਾ। ਤਾਂ ਲੀਡਰਾਂ ਵੱਲੋਂ ਘਰ ਘਰ ਤੱਕ ਚੇਤਨਾ ਪਹੁੰਚਾਉਣ ਦੇ ਲਈ ਕੋਸ਼ਿਸ਼ਾਂ ਜਿਹੜੀਆਂ ਜਾਰੀ ਨੇ, ਤਾਂ ਜੋ ਸਮਾਜ ਨੂੰ ਇਕਜੁੱਟ ਕਰਕੇ ਬੁਨਿਆਦੀ ਮਸਲੇ ਨੇ ਜਿਹੜੀਆਂ ਬੁਨਿਆਦੀ ਲੋੜਾਂ ਨੇ ਉਹਦੇ ਤੇ ਕੇਂਦਰਿਤ ਕਰਕੇ ਸੰਘਰਸ਼ ਦਾ ਪਿੜ ਜਿਹੜਾ ਮੰਗਾਇਆ ਜਾਵੇ। ਸੋ ਫਿਲਹਾਲ ਛੋਟੇ ਪੱਧਰ ਤੋਂ ਲੈ ਕੇ ਵੱਡੇ ਪੱਧਰ ਦਿੱਲੀ ਦੇ ਬਾਰਡਰਾਂ ਤੱਕ ਇਹ ਸੰਘਰਸ਼ ਜਾਰੀ ਹੈ ਤੇ ਕੇਂਦਰ ਸਰਕਾਰ ਦੇ ਨਾਲ ਗੱਲਬਾਤ ਫਿਲਹਾਲ ਰੁਕੀ ਹੋਈ ਹੈ। ਤਾਂ ਕਿਸਾਨੀ ਸੰਘਰਸ਼ ਦਾ ਕੀ ਹੱਲ, ਕੀ ਜਿੱਤ ਹੁੰਦੀ ਹੈ, ਹਾਰ ਹੁੰਦੀ ਹੈ, ਕੀ ਸਿੱਟੇ ਅੱਗੇ ਨਿਕਲਦੇ ਨੇ, ਇਹ ਆਉਣ ਵਾਲੇ ਸਮੇਂ 'ਚ ਪਤਾ ਲੱਗੇਗਾ। ਪਰ ਫਿਲਹਾਲ ਕਾਰਕਾ ਤੋਂ ਲੈ ਕੇ ਦਿੱਲੀ ਦੇ ਬਾਰਡਰਾਂ ਤੱਕ ਸੰਘਰਸ਼ ਜਿਹੜਾ ਜਾਰੀ ਹੈ ਤੇ ਕਿਸਾਨ ਮਜ਼ਦੂਰ ਏਕਤਾ ਦਾ ਨਾਅਰਾ ਦਿੱਤਾ ਜਾ ਰਿਹਾ ਹੈ। ਕੈਮਰਾਮੈਨ ਜੋਬਨਦੀਪ ਦੇ ਨਾਲ ਅਰਸ਼ਦੀਪ ਸਿੰਘ, ਖਰੜ।